हाँ हाँ करत बेहानिया हाँ हाँ करत बेहानिया साकत मुगद अजान साकत मुगद अजान लड़क मोए जो त्रिकावंत नानक किरत कमान मेरी मेरी करते जन्म गयो सायर शोक पुयंबलयो मैं नाही प्रभ सब किश तेरा इगै निर्गुण योगै सरगुण इगै निर्गुण योगै सरगुण केल करत विच स्वामी मेरा केल करत विच स्वामी मेरा ज़हरा जोर हाजरा हजूर सर्व कला भरपूर समर्थ गुरु लोक परलोक दे रखियक भगत वशल दसां पातशाहियां दी जोत ज्ञान दे सागर धन धन श्री गुरु ग्रंथ साहिब महाराज जी दी पावन पवित्र गोद हजूरी दे विच गुरु शब्द दे नाल जुड़ बैठी सा संगत जी देश प्रदेश सरवणकारी सा संगत आप जी सब धनता दे योग बड़ भागे हो। गुरु महाराज जी ने अपार बख्शिश दया की है, स्वास बख्शे हैं, उदम दिता है, तंदुरुस्तियां बख्शियां और बहुत ही जिंदगी का कीमती समा इसनू होर कीमती बनाने दे लई अनमोल बनाने दे लई गुरु जी ने अपनी गोद बख्शिश की है। बड़भागी साध संग प्राप्त तिन भेट ते दुरमत कोई बिन भागा सत संग ना लभै बिन संगत मैल परीजै जियो। गुरु की दया कृपा दे नाल सानू संगत मिलती है, बिना भागा तो संगत नहीं मिलती। उन्होंने वधाइयां मिलदियां हन, उन्होंने वाहो वाहो करे सही जन सोहणे तिनको परजा पूजन आई कहा जाता है। गुरसिखा मन वधाइयां जिन्नी मेरा सतगुरु डिठा राम राजे। कोई कर गल सुनावे हर नाम की सो लगे गुरसिखा मन मिठा। सो महाराज जी ने दया की है, बख्शिश की है। सो जिस ते महाराज जी दया करते ने बख्शिश करते ने सब तो कीमती वस्तु उसनू अपना नाम दे देंदे हन। अपना नाम नाम बहुत ही कीमती वस्तु है, बहुत ही प्यारी वस्तु है जिहड़ी किसी भी दुनियावी वस्तु दे तुल नहीं है, बराबर नहीं है। जो कि किसी भी चीज़ दे नाल खरीदी नहीं जाती, किसी भी चीज़ दे नाल इसदा कंपैरिजन या तुलना नहीं की जा सकती। नाम बहुत कीमती ते महंगी वस्तु है। इस करके गुरु महाराज जी ने बाणी दे विच इउं फरमान किया भी नाम बिना नहीं जीविया जाए
ਵੱਡੇ ਭਾਗ ਗੁਰਮੁਖ ਹਰ ਪਾਏ। ਨਾਮ ਤੋਂ ਬਿਨਾ ਜਿਹੜਾ ਉਹ ਸਤ ਸੰਗਤ ਜੀ ਜੀਵਿਆ ਨਹੀਂ ਜਾ ਸਕਦਾ। ਪਰ ਇਹ ਉਹਦੇ ਲਈ ਹੈ ਜਿਹੜਾ ਆਪਣੇ ਗੁਰੂ ਦੇ ਨਾਲ ਰਤਾ ਹੋਇਆ, ਟੱਚ ਹੈ, ਰੰਗਿਆ ਹੋਇਆ। ਨਹੀਂ ਤੇ ਦੁਨੀਆ ਸਾਰੀ ਜੀ ਰਹੀ ਹੈ ਨਾਮ ਤੋਂ ਬਗੈਰ। ਇਹ ਕੇਵਲ ਉਸ ਦੇ ਲਈ ਹੈ ਜੋ ਨਾਮ ਤੋਂ ਬਗੈਰ ਰਹਿ ਨਹੀਂ ਸਕਦਾ, ਜੋ ਦਰਸ਼ਨ ਤੋਂ ਬਗੈਰ ਰਹਿ ਨਹੀਂ ਸਕਦਾ, ਜੋ ਸੱਚ ਕਹਿਣ ਤੋਂ ਸੁਣ ਤੋਂ ਬਗੈਰ ਰਹਿ ਨਹੀਂ ਸਕਦਾ। ਉਹਦੇ ਲਈ ਹੀ ਇਹ ਪੰਕਤੀਆਂ ਹਨ। ਨਾਮ ਬਿਨਾ ਨਹੀਂ ਜੀਵਿਆ ਜਾਏ, ਵੱਡੇ ਭਾਗ ਗੁਰਮੁਖ ਹਰ ਪਾਏ। ਨਾਮ ਜਪੋ ਮੇਰੇ ਸਾਜਨ ਸੈਨਾ, ਨਾਮ ਬਿਨਾ ਮੈਂ ਅਵਰ ਨਾ ਕੋਈ, ਵੱਡੇ ਭਾਗ ਗੁਰਮੁਖ ਹਰ ਲੈਣਾ। ਜੋ ਨਾਮੀ ਹੈ, ਨਾਮ ਨੂੰ ਜਪਣ ਵਾਲੇ ਨੇ, ਨਾਮ ਦੇ ਭੌਰੇ ਨੇ, ਉਹ ਵਾਕਈ ਹੀ ਇਹ ਪੜ੍ਹਦੇ ਨੇ ਵੀ ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣੇ ਔਖਾ ਸੱਚਾ ਨਾਮ ਭਾਵੇਂ ਔਖਾ ਹੈ। ਔਖੀ ਚੀਜ਼ ਨੂੰ ਸਮਝ ਕੇ ਕੋਈ ਛੱਡ ਨਹੀਂ ਦਿੰਦਾ। ਬੱਚੇ ਲਈ ਪੜ੍ਹਾਈ ਔਖੀ ਹੈ, ਜੇ ਬੱਚਾ ਪੜ੍ਹਾਈ ਛੱਡ ਦਿੰਦਾ ਤੇ ਉਹ ਜ਼ਿੰਦਗੀ ਦੇ ਵਿੱਚ ਵੱਡੇ ਅਹੁਦੇ ਪ੍ਰਾਪਤ ਨਹੀਂ ਕਰ ਸਕਦਾ ਸੀ। ਜੇ ਕਿਸੇ ਨੇ ਔਖੀ ਪੜ੍ਹਾਈ ਪੜ੍ਹੀ, ਜੇ ਕੋਈ ਔਖਾ ਹੋਇਆ, ਜੇ ਕੋਈ ਰਾਤ ਨੂੰ ਜਾਗਿਆ, ਜੇ ਕੋਈ ਅੰਮ੍ਰਿਤ ਵੇਲੇ ਉੱਠਿਆ, ਜੇ ਕੋਈ ਗੁਰੂਦੁਆਰੇ ਪਹੁੰਚਿਆ, ਤੇ ਫਿਰ ਉਸ ਨੂੰ ਕੁਝ ਨਾ ਕੁਝ ਪ੍ਰਾਪਤ ਹੋਇਆ ਹੀ ਹੋਇਆ, ਹੋਣਾ ਹੀ ਹੋਣਾ। ਕਿਉਂਕਿ ਮਹਾਰਾਜ ਜੀ ਫਰਮਾਨ ਕਰਦੇ ਨੇ, ਉਦਮ ਕਰਿੰਦਿਆਂ ਜੀਓ ਤੂੰ ਕਮਾਉਂਦਿਆਂ ਸੁਖ ਪਹੁੰਚ। ਜੋ ਉਦਮ ਕਰੇਗਾ, ਜੋ ਉਦਮ ਕਰੇਗਾ, ਜੋ ਚੱਲ ਕੇ ਜਾਏਗਾ, ਉਸ ਨੂੰ ਸਫਲਤਾ ਮਿਲਣੀ ਹੀ ਮਿਲਣੀ। ਇਹ ਨਹੀਂ ਕੋਈ ਉਦਮ ਕਰੇ ਤੇ ਉਸ ਨੂੰ ਸਫਲਤਾ ਨਾ ਮਿਲੇ। ਬਿਲਕੁਲ ਮਿਲੇਗੀ, ਬਿਲਕੁਲ ਮਿਲੇਗੀ, ਜ਼ਰੂਰ ਮਿਲੇਗੀ। ਕਰਮ ਕਰਨ ਦੀ ਜ਼ਰੂਰਤ ਹੈ। ਹਰ ਕਰਮ ਦਾ ਫਲ ਜਿਹੜਾ ਉਹ ਗੁਰੂ ਸਾਨੂੰ ਦਿੰਦਾ ਹੈ। ਗੁਰੂ ਮਹਾਰਾਜ ਜੀ ਦੀ ਬੜੀ ਪਿਆਰੀ ਬਾਣੀ, ਮਿੱਠੀ ਬਾਣੀ ਹੈ। ਪਾਸ਼ਾ ਦਾ ਹੁਕਮ ਹੈ, ਪਤਤ ਪਾਵਨ ਹਰ ਬਿਰਦ ਸਦਾਏ, ਇੱਕ ਤਿਲ ਨਹੀਂ ਭੰਨੇ ਘਾਲੇ। ਤੇਰੀ ਕੀਤੀ ਹੋਈ ਘਾਲ ਕਮਾਈ ਨੂੰ ਗੁਰੂ ਕਦੀ ਵੀ ਰੱਖਦਾ ਨਹੀਂ ਹੈ। ਤੇਰਾ ਹੱਕ ਜਿਹੜਾ ਹੈ ਉਹ ਰੱਖਦਾ ਨਹੀਂ। ਤੇਰਾ ਹੱਕ ਤੈਨੂੰ ਅਵਸ਼ ਪੱਕਾ ਦੇਵੇਗਾ। ਇਸ ਕਰਕੇ ਤੂੰ ਆਪਣਾ ਕਰਮ ਕਰ, ਅੱਛਾ ਕਰਮ ਕਰ, ਤੇ ਤੈਨੂੰ ਉਸ ਦਾ ਫਲ ਜ਼ਰੂਰ ਮਿਲੇਗਾ, ਬਹੁਤ ਪਿਆਰਾ ਮਿਲੇਗਾ। ਸੋ ਇਸ ਲਈ ਅਸੀਂ ਵਡਭਾਗੇ ਹਾਂ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਮਿਲਦੀ ਹੈ ਸੱਚ ਦੀ ਵਿਚਾਰ ਦੁਆਰਾ। ਸੋ ਲੜੀਵਾਰ ਸ਼ਬਦ ਦੀ ਵਿਚਾਰ ਦੇ ਨਾਲ ਤੁਸੀਂ ਜੁੜ ਰਹੇ ਹੋ। ਲੜੀਵਾਰ ਸ਼ਬਦ ਦੀ ਵਿਚਾਰ ਅਸੀਂ ਆਰੰਭ ਕਰਨੀ ਹੈ। ਸੋ ਗੁਰੂ ਮਿਹਰ ਕਰੇ, ਗੁਰੂ ਕਿਰਪਾ ਕਰੇ। ਇਹ ਜੋ ਅਸੀਂ ਸਰਵਣ ਕਰਦੇ ਹਾਂ, ਇਹ ਸਾਡੇ ਜੀਵਨ ਦਾ ਇੱਕ ਅੰਗ ਬਣ ਜਾਣ। ਸਾਡੀ ਆਤਮਾ ਦਾ ਵਿਚਾਰ, ਭਾਵ, ਅਰਥ, ਸ਼ਿੰਗਾਰ ਬਣ ਜਾਣ। ਸਾਡੇ ਜੀਵਨ ਦੇ ਵਿੱਚ ਬਦਲਾਵ, ਤਬਦੀਲੀ ਆ ਜਾਏ। ਸਾਡੀ ਸੋਚ, ਸਾਡਾ ਸੁਭਾਅ ਚੇਂਜ ਹੋ ਜਾਏ। ਅਸੀਂ ਜੇ ਗੁਰੂਦੁਆਰੇ ਨਹੀਂ ਆਉਂਦੇ ਤੇ ਅਸੀਂ ਆਉਣਾ ਸ਼ੁਰੂ ਕਰ ਦਈਏ। ਜੇ ਅਸੀਂ ਸੁਣਦੇ ਨਹੀਂ ਤੇ ਅਸੀਂ ਸੁਣਨਾ ਸ਼ੁਰੂ ਕਰ ਦਈਏ। ਜੇ ਅਸੀਂ ਚੰਗਾ ਦੇਖਦੇ ਨਹੀਂ, ਚੰਗਾ ਦੇਖਣਾ ਸ਼ੁਰੂ ਕਰ ਦਈਏ। ਚੰਗਾ ਬੋਲਦੇ ਨਹੀਂ, ਚੰਗਾ ਬੋਲਣਾ ਸ਼ੁਰੂ ਕਰ ਦਈਏ। ਇਹ ਸਾਰੀਆਂ ਚੀਜ਼ਾਂ, ਇਹ ਸਾਰੀ ਬਰਕਤ ਕਿੱਥੋਂ ਮਿਲਣੀ ਆ? ਇਹ ਸਾਨੂੰ ਰੋਜ਼ ਹੀ ਸਰਵਣ ਕਰਦੇ ਆ। ਇਹ ਸਾਨੂੰ ਗੁਰੂ ਤੋਂ ਮਿਲਣੀ ਹੈ। ਨੇਕ ਇਨਸਾਨਾਂ ਦੀ, ਨੇਕ ਬੰਦਿਆਂ ਦੀ ਸੰਗਤ ਕਰਕੇ ਮਿਲਣੀ ਹੈ। ਸੋ ਇਸ ਲਈ ਆਓ ਅਸੀਂ ਸ਼ਬਦ ਦੀ ਰਮਤਾ ਕਰਦੇ ਹਾਂ। ਲੜੀਵਾਰ ਸ਼ਬਦ ਹੈ ਅੱਜ ਦਾ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 260 ਦੇ ਉੱਪਰ ਹੈ। ਅੱਜ ਦੇ ਸ਼ਬਦ ਦੇ ਵਿੱਚ ਵਿਸ਼ਾ ਜਿਹੜਾ ਆਉਣਾ ਉਹ ਹਉਮੈ ਦਾ ਹੈ। ਅੱਜ ਦੇ ਸ਼ਬਦ ਦੇ ਵਿੱਚ ਜਿਹੜਾ ਵਿਸ਼ਾ ਆਰੰਭ ਹੋਣਾ ਉਹ ਹਉਮੈ ਦਾ। ਆਓ ਪਹਿਲਾਂ ਪੰਕਤੀ ਆਰੰਭ ਕਰਦੇ ਹਾਂ। ਕੀ ਸਾਨੂੰ ਪਿਆਰਾ ਗਿਆਨ ਮਿਲਦਾ ਹੈ, ਗੁਰੂ ਪਾਤਸ਼ਾਹ ਜੀ ਕਿਵੇਂ ਕੰਡੇ ਕੱਢਦੇ ਨੇ ਸਾਡੇ ਮਨ ਦੇ ਵਿੱਚੋਂ, ਕਿਵੇਂ ਸਾਡੇ ਮਨ ਨੂੰ ਸਾਫ਼ ਸੁਥਰਾ ਕਰਦੇ ਨੇ, ਕਿਵੇਂ ਸਾਡੇ ਮਨ ਨੂੰ ਸੋਹਣਾ ਬਣਾਉਂਦੇ ਨੇ। ਇਹ ਗੁਰੂ ਨੇ ਬਣਾਉਣਾ ਹੈ। ਗੁਰੂ ਨੇ ਮਾੜੀ ਚੀਜ਼ ਕੱਢ ਦੇਣੀ ਹੈ। ਕੋਈ ਖੇਤ ਵਿੱਚ ਬੀਜ ਬੀਜਦਾ ਹੈ ਨਾ,
ਤੇ ਉਹ ਜਦੋਂ ਬੀਜ ਪੁੰਗਰਦਾ ਪੌਦਾ ਬਣਦਾ, ਬੜਾ ਘਾਹ ਫੂਸ ਬੜਾ ਕੁਝ ਹੋ ਜਾਂਦਾ। ਅਸੀਂ ਘਰਾਂ ਦੇ ਵਿੱਚ ਛੋਟੀਆਂ ਛੋਟੀਆਂ ਕਿਆਰੀਆਂ ਲਾਉਂਦੇ ਹਾਂ, ਪਿਆਜ਼ ਗੰਢੇ ਮਤਲਬ ਲਸਣ ਬੀਜਦੇ ਹਾਂ, ਮੱਕੀ ਬੀਜਦੇ ਹਾਂ, ਗੰਨਾ ਬੀਜਦੇ ਹਾਂ, ਕਣਕ ਜੋ ਵੀ ਫਸਲ ਬੀਜਦੇ ਹਾਂ, ਉਹਦੇ ਵਿੱਚ ਘਾਹ ਫੂਸ ਐਵੇਂ ਹੀ ਜੜੀ ਬੂਟੀਆਂ ਉੱਗ ਪੈਂਦੀਆਂ ਹਨ। ਫਿਰ ਉਸ ਨੂੰ ਸਮੇਂ ਸਮੇਂ ਦੇ ਗੋਡੀ ਕੀਤੀ ਜਾਂਦੀ ਹੈ, ਗੋਡੀ ਦਿੱਤੀ ਜਾਂਦੀ ਹੈ। ਗੋਡੀ ਦੇਣ ਦੇ ਨਾਲ ਉਹ ਬੂਟਾ ਬਹੁਤ ਵਧੀਆ ਚੱਲਦਾ, ਕਿਉਂਕਿ ਉਹਦੇ ਨਾਲੋਂ ਜਿਹੜਾ ਗੰਦਮੰਦ ਹੁੰਦਾ ਹੈ ਉਹ ਨਿਕਲ ਜਾਂਦਾ। ਅਸੀਂ ਗੋਡੀ ਕਰਕੇ ਉਹਨੂੰ ਸਾਫ਼ ਕਰ ਦਿੰਦੇ ਹਾਂ। ਬਸ ਗੁਰੂ ਵੀ ਸਾਡੇ ਮਨ ਦੀ ਗੋਡੀ ਕਰਦਾ। ਜਿਹੜਾ ਸਾਨੂੰ ਰੋਜ਼ ਮੈਲ ਲੱਗਦੀ ਹੈ ਨਾ, ਸ਼ੁਕਰ ਹੈ ਸੰਗਤ ਮਿਲਦੀ ਪਈ ਹੈ, ਸ਼ੁਕਰ ਹੈ ਦਾਤੇ ਦੀ ਪਈ ਸੰਗਤ ਕਰਦੇ ਪਏ ਆ। ਰੋਜ਼ ਦੀ ਜਿਹੜੀ ਮੈਲ ਲੱਗਦੀ ਹੈ ਉਹ ਰੋਜ਼ ਹੀ ਧੋਤੀ ਜਾਂਦੀ ਹੈ, ਰੋਜ਼ ਹੀ ਧੋਤੀ ਜਾਂਦੀ ਹੈ। ਜਿਵੇਂ ਅਸੀਂ ਡਰੈਸ ਚੇਂਜ ਕਰਦੇ ਹਾਂ ਨਾ, ਜਿਵੇਂ ਅਸੀਂ ਬਸਤਰ ਚੇਂਜ ਕਰਦੇ ਹਾਂ ਰੋਜ਼, ਪਾਤਸ਼ਾਹ ਜੀ ਫਰਮਾਨ ਕਰਦੇ ਨੇ ਰੋਜ਼ ਤੁਸੀਂ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹੋ ਵੀ ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ ਭਰੀਏ, ਮਤ ਪਾਪਾ ਕੇ ਸੰਗੇ ਉਹ ਧੋਪੇ ਨਾਵੇ ਕੇ ਰੰਗ। ਜਦੋਂ ਕਿਸੇ ਦੀ ਗੱਡੀ ਖਰਾਬ ਹੁੰਦੀ ਹੈ ਤੇ ਸਤਸੰਗ ਜੀ ਉਹ ਮਕੈਨਿਕ ਦੇ ਕੋਲ ਲੈ ਕੇ ਜਾਂਦਾ, ਉਹ ਕੰਪਨੀ ਦੇ ਕੋਲ ਲੈ ਕੇ ਜਾਂਦਾ, ਉਹ ਏਜੰਸੀ ਦੇ ਕੋਲ ਲੈ ਕੇ ਜਾਂਦਾ ਵੀ ਇਸ ਨੂੰ ਸਾਫ਼ ਕਰ ਦਿਓ, ਸਹੀ ਕਰ ਦਿਓ, ਰਿਪੇਅਰ ਕਰ ਦਿਓ ਜਾਂ ਸਰਵਿਸ ਕਰ ਦਿਓ। ਜ਼ਰੂਰਤ ਹੈ, ਨਵੀਂ ਗੱਡੀ ਲਈਦੀ ਹੈ ਭਾਵੇਂ ਉਹ ਸਹੀ ਹੁੰਦੀ ਹੈ, ਫਿਰ ਵੀ ਏਜੰਸੀ ਵਾਲੇ ਕਹਿੰਦੇ ਨੇ ਵੀ ਇੰਨੇ ਟਾਈਮ ਤੇ ਇੰਨੀਆਂ ਸਰਵਿਸ ਇਹ ਤੁਸੀਂ ਕਰਾਉਣੀਆਂ ਨੇ ਔਰ ਫ੍ਰੀ ਨੇ। ਅਸੀਂ ਕਰਾਉਂਦੇ ਹਾਂ, ਭਾਵੇਂ ਸਾਡੀ ਗੱਡੀ ਸਹੀ ਚੱਲਦੀ ਹੈ, ਸਰਵਿਸ ਕਰਾਉਣੀ ਬਹੁਤ ਜ਼ਰੂਰੀ ਹੈ। ਸੋ ਮਹਾਰਾਜ ਜੀ ਕਹਿੰਦੇ ਨੇ ਇਹ ਮਨ ਦੀ ਸਰਵਿਸ ਕਰਾਉਣੀ ਵੀ ਬੜੀ ਜ਼ਰੂਰੀ ਹੈ। ਬਾਣੀ ਦੀ ਪੰਕਤੀ ਹੈ, ਮਨ ਸਮਝਾਵਨ ਕਾਰਨੇ, ਮਨ ਸਮਝਾਵਨ ਕਾਰਨੇ ਕਛੂਕ ਪੜੀਐ ਗਿਆਨ। ਮਨ ਨੂੰ ਰਿਪੇਅਰ ਕਰਨ ਦੇ ਲਈ, ਮਨ ਨੂੰ ਵਾਸ਼ ਕਰਨ ਦੇ ਲਈ, ਮਨ ਨੂੰ ਸੁਥਰਾ ਸਾਫ਼ ਕਰਨ ਦੇ ਲਈ ਤੂੰ ਸੰਗਤ ਕਰ। ਸੰਗਤ ਦੇ ਵਿੱਚੋਂ ਬਹੁਤ ਕੁਝ ਲੱਭਦਾ। ਸੰਗਤ ਦੇ ਵਿੱਚੋਂ ਉਹ ਚੀਜ਼ ਮਿਲਦੀ ਹੈ ਜਿਹੜੀ ਕਿਧਰੋਂ ਕਦੀ ਮਿਲ ਨਹੀਂ ਸਕਦੀ। ਮੈਂ ਆਪਣੇ ਤਜਰਬੇ ਨੂੰ ਸਾਂਝਾ ਕਰ ਰਿਹਾ ਹਾਂ। ਕਦੀ ਵੀ ਉਹ ਅਵਸਥਾ ਪ੍ਰਾਪਤ ਨਹੀਂ ਹੁੰਦੀ। ਠੀਕ ਹੈ, ਕੋਈ ਘਰ ਪੜ੍ਹਦਾ ਨਾ, ਘਰ ਸੁਣਦਾ ਟੀਵੀ ਰਾਹੀਂ, ਮੋਬਾਈਲ ਰਾਹੀਂ, ਮਚ ਬੈਟਰ, ਬਹੁਤ ਵਧੀਆ, ਬਹੁਤ ਚੰਗੀ ਗੱਲ ਹੈ। ਪਰ ਜਦੋਂ ਤੁਸੀਂ ਧਿਆਨ ਦੇਣਾ, ਸੰਗਤ ਕਰੋਗੇ, ਸੰਗਤ ਵਿੱਚ ਚੱਲ ਕੇ ਜਾਓਗੇ ਤੇ ਤੁਹਾਨੂੰ ਜਿਹੜੀ ਇੱਕ ਫੀਲਿੰਗ ਅਲੱਗ ਜਿਹੀ ਆਏਗੀ, ਉਹ ਵੱਖਰੀ ਹੋਏਗੀ। ਜਾਂ ਮੈਂ ਬੜੀ ਸੌਖੀ ਉਦਾਹਰਨ ਦੇਣਾ ਹੁੰਦਾ, ਸਮਝ ਲੱਗ ਜਾਂਦੀ ਹੈ। ਤੁਸੀਂ ਪ੍ਰਦੇਸ਼ ਬੈਠੇ ਹੋ, ਇੰਡੀਆ ਵਿੱਚ, ਪੰਜਾਬ ਵਿੱਚ ਆਪਣੇ ਰਹਿੰਦੇ ਸਾਕ ਸੰਬੰਧੀ ਮਾਂ ਬਾਪ, ਪਤੀ ਪਤਨੀ, ਭੈਣ ਭਰਾ ਦੇ ਨਾਲ ਮੋਬਾਈਲ ਤੇ ਗੱਲ ਕਰਦੇ ਹੋ, ਲਾਈਵ WhatsApp ਜਾਂ ਹੋਰ ਕਿਸੇ ਤਰੀਕੇ ਦੇ ਨਾਲ ਲਾਈਵ ਕਰਦੇ ਹੋ ਨਾ, ਆਮਨੇ ਸਾਹਮਣੇ ਫੁੱਟ ਦੀ ਦੂਰੀ ਦੇ ਉੱਪਰ ਬੈਠ ਕੇ ਗੱਲ ਕਰ ਲੈਂਦੇ ਆ। ਐਦਾਂ ਲੱਗਦਾ ਵੀ 1 ਫੁੱਟ ਤੇ ਮੇਰੀ ਮਾਂ, ਮੇਰੀ ਪਤਨੀ, ਮੇਰੇ ਬੱਚੇ ਮੇਰੇ ਨਾਲ ਗੱਲ ਕਰਦੇ ਪਏ ਹੈ। ਪਰ ਇੱਥੇ ਗੱਲ ਮੁੱਕ ਜਾਂਦੀ ਹੈ, ਬੰਦਾ ਸੈਟੀਸਫਾਈ ਹੋ ਜਾਂਦਾ। ਮਿਲਣ ਨੂੰ ਤੇ ਦਿਲ ਕਰਦਾ ਹੈ ਨਾ, ਭਾਵੇਂ ਲਾਈਵ ਅੱਜ ਕੱਲ੍ਹ ਅਸੀਂ ਇੱਕ ਦੂਜੇ ਦੇ ਰੂਬਰੂ ਹੁੰਦੇ ਹਾਂ, ਗੱਲਬਾਤ ਕਰਦੇ ਹਾਂ, ਪਰ ਜਦੋਂ ਮਾਂ ਦੇ ਨਾਲ ਕੋਈ ਗੱਲ ਕਰਦਾ ਹੈ ਲਾਈਵ ਪ੍ਰਦੇਸ਼ ਤੋਂ, ਮਾਂ ਕਹਿੰਦੀ ਇੱਕ ਵਾਰੀ ਆ ਕੇ ਮਿਲ ਜਾ। ਬੱਚੇ ਕਹਿੰਦੇ ਨੇ ਪਾਪਾ ਆ ਕੇ ਮਿਲ ਜਾਓ। ਪਤਨੀ ਕਹਿੰਦੀ ਹੈ ਸ਼੍ਰੀਮਾਨ ਜੀ, ਸਰਦਾਰ ਜੀ, ਬਾਊ ਜੀ ਆ ਕੇ ਮਿਲ ਜਾਓ। ਉਹ ਕਹੇ ਮੈਂ ਤੈਨੂੰ ਦਿਸਦੇ ਰਿਹਾ ਸਾਹਮਣੇ, ਮੈਂ ਤੈਨੂੰ ਰੋਜ਼ ਦੇ ਮਿਲਦਾ, ਰੋਜ਼ ਦੇ ਸਾਹਮਣੇ ਅਸੀਂ ਰੂਬਰੂ ਹੁੰਨੇ ਆ, ਮੋਬਾਈਲ ਤੇ ਲਾਈਵ ਹੁੰਨੇ ਆ, ਪਰ ਨਹੀਂ। ਉਹ ਕਹਿੰਦਾ ਮੈਂ ਸੈਟੀਸਫਾਈ ਨਹੀਂ ਹਾਂ, ਮੈਂ ਸੈਟੀਸਫਾਈ ਨਹੀਂ ਹਾਂ। ਇਸ ਕਰਕੇ ਜਦੋਂ ਬਿਲਕੁਲ ਆਮਨੇ ਸਾਹਮਣੇ ਅਸੀਂ ਸੱਚਮੁੱਚ ਹੋਵਾਂਗੇ ਨਾ, ਓਹੋ, ਬਾਣੀ ਦੀ ਪੰਕਤੀ ਸਾਨੂੰ ਹੁਣ ਪ੍ਰਮਾਣ ਦੇਣ ਲੱਗੀ ਹੈ। ਮਹਾਰਾਜ ਜੀ ਕਹਿੰਦੇ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਅੰਗੁਰ ਦੇਖਾਂ ਸਾਹਮਣੇ।
ये नहीं मैं कहता भी हाजरी नहीं लगती, सब की हाजरी लगती है। चाहे कोई दूर बैठ के सुनता, किसी भी जगह ते बैठ के सरवण करता, हाजरी सब की लगती है। पर गुरु की गोद विच बहना, गुरु के सन्मुख बहना, अपने पेरेंट्स के कोल बहना, माता पिता के कोल बहना, बच्चों के विच बहना, पति पत्नी का एक दूजे के कोल बहना, फर्क बड़ा है, फर्क बड़ा है। ताई महाराज जी कहते हैं ना, आओ सजना हाँ देखा दर्शन तेरा राम, घर अपने खड़ी तका मैं मन चौक नेरा राम, मैनू तेरे दर्शनां दी लोचा है, मैं चाहुंदा हाँ तैनू मैं प्रतख देखा, प्रतख 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 तुसी बड़ी बार सरवण कर लिया, क्योंकि मैं प्रतख के विषय को आरंभ नहीं करना, क्योंकि अज दे शब्द की विचार अजे आरंभ करनी है, फिर प्रतख वाल ही साडा समा लग जाएगा। ये तुसी सरवण भी किया होएगा भी प्रतख किनू कहंदे ने। सो साडा गुरु ग्रंथ साहब साडे लई प्रतख है, बस मैं यही कह देवां, गुरु ग्रंथ साहब जी नू प्रतख सतगुरु ही मनना है। गुरु ग्रंथ साहब नू प्रतख ही परमेश्वर रब अल्लाह भगवान गॉड वाहिगुरु मनना है। ये प्रतख है, जिस पास बैठे हैं सो ही है सबना दा विसाव, जिस दे कोल बहन दे नाल आनंद आ जाता है, दुनिया भुल जाती है, खुशी ही खुशी, आनंद ही आनंद। चुब्बी ला के देखिए ते सागर ही सागर, जल ही जल, कृपा ही कृपा, मेर ही मेर, जह जह देखा तह तह तू है, तुझ ते निकसी फुट मरा, तू दरियाओ दाना बीना, मैं मछली कैसे अंत ला। इसलिए उस सागर दे विच असीं चुब्बी लाई है, जिस दी हद बन्ना कोई नहीं, जिसदा हद बनना कोई नहीं, कोई निश्चित हद नहीं। सो आओ शब्द ही विचार आरंभ करते हैं। बड़ी प्यारी विचार है, एकाग्रता दे नाल, प्रेम दे नाल, खिच दे नाल ते गुरु दे नाल बहुत ही अंदरों प्यारा नाता बना के, प्रेम बना के, हाजर नाजर माजन महाराज नूं समझ के तां असीं शब्द नूं सरवण करना भी जो कुछ भी मैनू सरवण करनों मिलेगा ना, ये गुरु महाराज जी मैनू प्रतख दस रहे ने, दसणगे। जिवें असीं हुक्मनामा सरवण करते हैं ना अरदास तो बाद, जो भी कीर्तन कथा चाहे कोई ढाडी रागी कवीशर कुछ भी सुनाउंदा है, ये गुरु का हुक्म समझना है। तो जो गुरु की प्रतख बाणी द्वारा सानू कोई विचार दिती जाए, मैं जिंदगी बीत जाती है, महाराज जी कहते एवें ही माया दे विच ग्रसे होए मनुखां दी जिंदगी एवें ही बीत जाती है। काहदे विच बीत जाती है? मैं मेरी दे विच शब्द की आरंभता होई है। हाँ 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 दा मतलब, हाँ दा मतलब फरमान करते ने, ये मैं मेरी दे विच ही बीत जाती है। बड़ा प्यारा शब्द है। मेरी मेरी करते जन्म गयो सायर शोक भुजंग बलियो। मेरी मेरी करदियां नूं ही सारी जिंदगी निकल जाती है, ते मैं की हाँ इस दी समझ नहीं आउंदी। पातशाह जी कहते रड़क मोए, रड़क मोए, जिवें असीं पंजाबी दे विच बोलदे हां ना, रड़कदा रड़कना, अख दे विच कोई चीज़ रड़की, मुहावरे भी हुंदे ने, रड़कना अखां विच रड़कना, जां चंगा ना लगना, ना भौंदा होवे, ओ मैनू बहुत रड़कदा है, मतलब अच्छा नहीं लगता। सो महाराज जी कहते इत्थे शब्द आया रड़क मोए,
ਜਿਉ ਤ੍ਰਿਖਾਵੰਤ ਨਾਨਕ ਕਿਰਤ ਕਮਾਨ। ਮਹਾਰਾਜ ਜੀ ਕਹਿੰਦੇ ਜਿਵੇਂ ਕੋਈ ਤਿਹਾਇਆ ਹੋਇਆ, ਜਿਵੇਂ ਕੋਈ ਪਿਆਸਾ ਹੋਇਆ, ਪਾਣੀ ਤੋਂ ਬਗੈਰ ਪਿਆਸਾ ਮਰ ਜਾਂਦਾ ਹੈ। ਤੇ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਜਿਹੜਾ ਹਉਮੈ ਦਾ ਗ੍ਰਸਤਿਆ ਇਨਸਾਨ ਹੈ, ਜਿਸ ਨੂੰ ਰੋਜ਼ ਅਸੀਂ ਪੜ੍ਹਦੇ ਹਾਂ, ਜਿਉਂ ਜਿਉਂ ਚਲੇ ਚੁਬੈ ਦੁਖ ਪਾਵੇ, ਜਮਕਾਲ ਸਹਿਜ ਸੇ ਡੰਡਾ ਹੈ। ਸੋ ਉਹ ਵੀ ਮਨੁੱਖ ਜਿਹੜਾ ਆਪਣੀ ਜ਼ਿੰਦਗੀ ਨੂੰ ਇਸ ਪ੍ਰਕਾਰ ਖਰਾਬ ਕਰ ਲੈਂਦਾ ਹੈ, ਜਾਂ ਇੰਝ ਵੀ ਕਹਿ ਸਕਦੇ ਹਾਂ ਉਸ ਦੀ ਆਤਮਕ ਜਿਹੜੀ ਹੈ ਉਹ ਮੌਤ ਹੋ ਜਾਂਦੀ ਹੈ। ਜਿਵੇਂ ਅਸੀਂ ਸਧਾਰਨ ਲਫ਼ਜ਼ਾਂ ਵਿੱਚ ਕਹਿੰਦੇ ਆ ਨਾ, ਤੇਰੀ ਆਤਮਾ ਮਰ ਗਈ ਹੈ। ਅਸੀਂ ਕਹਿੰਦੇ ਆ ਨਾ, ਜਦੋਂ ਸਾਨੂੰ ਕਿਸੇ ਦੀ ਕੋਈ ਚੀਜ਼ ਪਸੰਦ ਨਹੀਂ ਆਉਂਦੀ, ਜਾਂ ਕੋਈ ਸਾਨੂੰ ਬੁਰਾ ਦਿਸਦਾ, ਨਿਰਦਈ ਦਿਸਦਾ, ਤੇ ਅਸੀਂ ਉਸ ਨੂੰ ਕਈ ਵਾਰ ਇੰਝ ਕਹਿ ਦਿੰਦੇ ਆ ਵੀ ਉਸ ਦੀ ਆਤਮਾ ਮਰ ਚੁੱਕੀ ਹੈ। ਮਤਲਬ ਉਹ ਅੰਦਰੋਂ ਜਿਹੜਾ ਹੈ ਉਹ ਬਿਲਕੁਲ ਖਤਮ ਹੋ ਚੁੱਕਿਆ। ਉਹਦੇ ਭਾਵ, ਉਹਦੇ ਅੰਦਰ ਦਇਆ, ਉਹਦੇ ਅੰਦਰ ਜਿਹੜੀ ਹੈ ਪ੍ਰੇਮ, ਇਹ ਚੀਜ਼ ਜਿਹੜੀ ਹੈ ਖਤਮ ਹੋ ਚੁੱਕੀ ਹੈ। ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਉਹ ਆਤਮਿਕ ਤੌਰ ਤੇ ਮਰ ਚੁੱਕਾ ਹੈ। ਸੋ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਜਿਸ ਦੇ ਅੰਦਰ ਹਉਮੈ ਮਹਾਰਾਜ ਜੀ ਕਹਿੰਦੇ ਰਹਿੰਦੀ ਹੈ, ਜਿਵੇਂ ਸਾਡੀਆਂ ਅੱਖਾਂ ਦੇ ਵਿੱਚ ਕੋਈ ਰੜਕਦਾ, ਇਸੇ ਤਰ੍ਹਾਂ ਉਹ ਇਨਸਾਨ ਵੀ ਹਮੇਸ਼ਾ ਰੜਕੇਗਾ। ਰੜਕੇ ਵਿੱਚ ਕੋਈ ਦੋਸ਼ ਹੋਏਗਾ, ਔਗਣ ਹੋਏਗਾ, ਉਹਦਾ ਰੜਕ ਹੋਣਾ ਲਾਜ਼ਮੀ ਹੈ। ਉਹ ਦਿਸੇਗਾ, ਉਹਦੇ ਬਾਰੇ ਪਤਾ ਲੱਗੇਗਾ, ਤੇ ਗੁਰੂ ਵੀ ਉਸ ਨੂੰ ਦੇਖੇਗਾ ਵੀ ਹਾਂ ਇਹ ਇਸ ਤਰ੍ਹਾਂ ਹੈ। ਇਸ ਕਰਕੇ ਗੁਰੂ ਦਾ ਰਿਸ਼ਤਾ ਵੀ ਉਸ ਦੇ ਨਾਲ ਉਸ ਤਰ੍ਹਾਂ ਦਾ ਹੀ ਬਣੇਗਾ ਜਿਸ ਤਰ੍ਹਾਂ ਦੀ ਕਿਸੇ ਦੀ ਆਪਣੀ ਆਤਮਿਕ ਅਵਸਥਾ ਹੋਏਗੀ। ਜੇ ਕਿਸੇ ਦੀ ਆਤਮਿਕ ਅਵਸਥਾ ਬਹੁਤ ਹੀ ਪਿਆਰੀ, ਬਹੁਤ ਹੀ ਨਿਆਰੀ ਹੋਏਗੀ, ਉਹਦਾ ਸੰਬੰਧ, ਉਹਦਾ ਰਿਸ਼ਤਾ ਉਹਦੇ ਗੁਰੂ ਦੇ ਨਾਲ ਬਹੁਤ ਛੇਤੀ ਬਣ ਜਾਏਗਾ, ਜੁੜ ਜਾਏਗਾ। ਜਿਵੇਂ ਸਧਾਰਨ ਉਦਾਹਰਨ ਬਹੁਤ ਵਾਰੀ ਸਰਵਣ ਕੀਤੀ ਹੈ, ਚੰਗਿਆਂ ਦੇ ਰਿਸ਼ਤੇ ਇੱਕਦਮ ਚੰਗਿਆਂ ਦੇ ਨਾਲ ਹੋ ਜਾਂਦੇ ਹਨ। ਧਿਆਨ ਦੇਣਾ, ਕੋਈ ਬਦਨਾਮ ਹੋਵੇ, ਕੋਈ ਬਦਨਾਮ ਹੋਵੇ, ਉਸ ਦਾ ਰਿਸ਼ਤਾ ਨਹੀਂ ਹੁੰਦਾ, ਬਹੁਤ ਮੁਸ਼ਕਿਲ ਹੁੰਦਾ। ਜੇ ਭੁੱਲ ਭੁਲੇਖੇ ਹੋ ਜਾਵੇ ਤੇ ਝਗੜੇ ਪੈ ਕੇ ਡਾਈਵੋਰਸ ਤੱਕ ਗੱਲ ਪਹੁੰਚ ਜਾਂਦੀ ਹੈ। ਇਸ ਕਰਕੇ ਜਦੋਂ ਕਿਸੇ ਦੇ ਵਿੱਚ ਔਗਣ ਜਿਹੜਾ ਹੈ ਉਹ ਜਾਂਦਾ ਨਹੀਂ, ਪ੍ਰਗਟ ਹੋ ਜਾਂਦਾ ਹੈ, ਤੇ ਫਿਰ ਉਸ ਨੂੰ ਇਸ ਸੰਸਾਰ ਦੇ ਵਿੱਚ ਵੀ ਤੇ ਉਸ ਨਿਰੰਕਾਰ ਦੇ ਘਰ ਦੇ ਵਿੱਚ ਵੀ ਪ੍ਰਵਾਨ ਨਹੀਂ ਕੀਤਾ ਜਾਂਦਾ। ਮਹਾਰਾਜ ਜੀ ਫਰਮਾਨ ਕਰਦੇ ਨੇ, ਤੇਰੇ ਨਾਏ ਰੱਤੇ ਸੇ ਜਿਨ ਗਏ, ਹਾਰ ਗਏ ਸੇ ਠੱਗਣ, ਵਾਲਿਆ ਲਿਖ ਨਾਵੇ ਧਰਮ ਬਹਾਲਿਆ, ਚੁਣ ਵੱਖ ਕੱਢੇ ਜਜਮਾਲਿਆ, ਥਾਉ ਨਾ ਪਾਇਨ ਕੂੜਿਆਰ ਮੋਹ ਕਾਲੇ, ਦੋਜਕ ਚਾਲਿਆ। ਇਸ ਕਰਕੇ ਥਾਂ ਉਹਨਾਂ ਨੂੰ ਇੱਥੇ ਵੀ ਨਹੀਂ, ਥਾਂ ਉਹਨਾਂ ਨੂੰ ਉੱਥੇ ਵੀ ਨਹੀਂ। ਥਾਂ ਦਾ ਮਤਲਬ ਪਤਾ ਕੀ ਹੈ? ਥਾਂ ਦਾ ਮਤਲਬ ਇਹ ਨਹੀਂ, ਦੇਖੋ ਵੱਡੇ ਵੱਡੇ ਲੋਕ ਨੇ, ਉਹ ਤੇ ਬੜੀ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਨੇ। ਥਾਂ ਦਾ ਮਤਲਬ ਹੁੰਦਾ ਟਿਕਾ। ਹੋ ਸਕਦਾ ਹੰਕਾਰੀ ਬੰਦੇ ਕੋ ਥਾਂ ਸਾਡੇ ਨਾਲੋਂ ਕਿਧਰੇ ਜ਼ਿਆਦੀ ਹੋਵੇ, ਹੋ ਸਕਦਾ ਹੰਕਾਰੀ ਬੰਦੇ ਕੋ ਰੁਤਬਾ ਵੀ ਬਹੁਤ ਵੱਡਾ ਹੋਵੇ, ਪਰ ਅਸੀਂ ਅਸਲ ਦੇ ਵਿੱਚ ਥਾਂ ਕਹਿੰਦੇ ਨੇ ਟਿਕਾਣ। ਉਹਦੇ ਕੋਲ ਸਭ ਕੁਝ ਹੋਏਗਾ ਪਰ ਟਿਕਾ ਨਹੀਂ ਹੋਏਗਾ। ਟਿਕਾ ਜਿਹੜਾ ਹੈ, ਜਾਂ ਇੰਝ ਵੀ ਕਹਿ ਸਕਦੇ ਹਾਂ ਅਡੋਲਤਾ ਜਿਹੜੀ ਹੈ, ਉਹਦੇ ਗੁਰੂ ਦੀ ਬਖਸ਼ਿਸ਼ ਦੁਆਰਾ ਹੀ ਮਿਲਣੀ ਹੈ, ਨਾ ਕਿ ਕਿਸੇ ਦੁਨਿਆਵੀ ਪਦਾਰਥ, ਕਿਸੇ ਦੁਨਿਆਵੀ ਚੀਜ਼ ਦੇ ਨਾਲ। ਧਿਆਨ ਦੇਣਾ, ਮਨੁੱਖ ਨੂੰ ਹਮੇਸ਼ਾ ਮਨ ਵਿੱਚ ਇਹ ਚੀਜ਼ ਬਣੀ ਰਹਿੰਦੀ ਹੈ, ਆਹ ਚੀਜ਼ ਦੀ ਪ੍ਰਾਪਤੀ ਹੋ ਜਾਏ ਤੇ ਬੱਲੇ ਬੱਲੇ, ਆਹ ਚੀਜ਼ ਮਿਲ ਜਾਏ ਤੇ ਮੈਨੂੰ ਖੁਸ਼ੀ ਫਿਰ ਹੋਣੀ ਹੈ। ਨਹੀਂ, ਬੜੀ ਵਾਰ ਸਰਵਣ ਕਰ ਚੁੱਕੇ ਹੋ, ਦੁਨੀਆ ਦੇ ਕਿਸੇ ਵੀ ਪਦਾਰਥ ਵਿੱਚੋਂ ਖੁਸ਼ੀ ਨਹੀਂ ਪੂਰਨ ਮਿਲ ਸਕਦੀ। ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ, ਟੈਂਪਰੇਰੀ ਵਕਤੀ ਤੌਰ ਤੇ ਪਦਾਰਥ ਚੀਜ਼ਾਂ ਖੁਸ਼ੀ ਦਿੰਦੀਆਂ ਹਨ, ਸਦੀਵੀ ਨਹੀਂ।
ना दुनिया दी धन दौलत विच प्रसन्नता खुशी, ना वड्डे वड्डे रुतबियां अहुदियां दे विच खुशी। मेरे कोल कोई रुतबा नहीं है, मेरे अंदर यह है भी रुतबा कोई अहुदा मिल जाए बस फिर गल बन जाए। महाराज जी कहते तेनों सुनाइए गल सगल सृष्ट को, राजा दुखिया हर का नाम जपत होए सुखिया। तू अपने गुरु दा राजा पुत्र किवें बनना ये कोशिश करया कर। ध्यान देना, तू अपने गुरु दा किवें राजा पुत्र सूबेदार पुत्र बनना ये कोशिश करया कर। संसार मैनू केड़ी फीती लाउंदा है, इहदे वल दौड़न दी बजाए गुरु वल दौड़िया कर। गुरु वल दौड़ना सीमित है, संसार वल दौड़ना असीम है। पता ही नहीं किन्ना क दौड़दा इंसान। तुसी मैं असी सारे ही हैं। असी इस वेले मन नूं समझा रहे हैं सारे, ये ना समझना भी मैं किसी नूं कोई उपदेश दे रहा, नहीं। मेरे अंदर भी मन, तुहाडे अंदर भी मन, ते जिन्नी भी गुरु ग्रंथ साहब की बाणी है, मैनूं तुहानूं साडे सारियां दे मनां नूं संबोधन है। ये सारी बाणी सानू संबोधित है, संबोधन करती है, साडे मनां नूं संबोधन करती है। इस करके गुरु महाराज जी कहंदे तेरी भज दौड़ जदों तक संसार वालों घट नहीं हुंदी, निरंकार दा झलकारा वो तैनूं मिलेगा नहीं, वो झलक तैनूं प्राप्त नहीं होएगी। इस करके संसार दे विच भी विचर ते अपने सतगुरु दे घर वल भी आ, क्योंकि जो घर छड़ गवावना सो लगा मन माहे। जय कर जाए तुद वर्तना तिसकी चिंता नाहे। उस घर की भी चिंता करया कर। इत्थे ते असीं 10 20 50 जां 100 साल बाद तो वध रहना। वो घर जिसनूं सदीवी घर कहंदे ने, ओहदे विच ते सदा लई रहना। ओहदे लई कोई मेहनत, ओहदे लई कोई तरीका अपनाया कीता, जे नहीं कीता तो तेनों कर लेना चाहिए। बहुत प्यारियां पंक्तियां। अगली पंक्ति पौड़ी, राड़ा राड़ मिटे संग साधु। राड़ा मतलब अंदरों जेड़ा हौमे दा कंडा। महाराज जी कहते कित्थों ये खत्म होएगा, कित्थों बाहर निकलेगा? मिटे संग साधु। साधु की संगत, साधु साधु गुरमुख नूं भी कह सकते हैं, ते साध शब्द गुरु ग्रंथ साहब जी वास्ते भी असी लै सकते। ये नहीं भी कला साध लफज केवल गुरु वास्ते ही है, नहीं। साध नाम निर्मलता के कर्म। इस जिहड़ा साध्या होया, जिसने अपने मन नूं साध्या, जिसने साधना की, कोई भी होवे, गोरा काला मोना सिख, कोई भी किसी धर्म जात, जिसने अपने आप नूं सही किया, साध्या, वो साध है। वो कोई भी हो सकता, किसी भी धर्म का हो सकता। सो इस करके महाराज जी कहते ये उसकी मिटेगी हौमे, राड़ा राड़ मिटे संग साधु। गुरु की संगत नाल, गुरमुखां की संगत नाल ये जिहड़ी है तात, जिहड़ी है कल भी पढ़ी सी पंक्ति, बिसर गई सब तात भराई, जब ते साध संगत मोहे पाई। जदों जदों सानू संगत मिलती जाएगी, साडे अंदर जिहड़ी है ये तत्ती आवाज़ जिहड़ी सानू लगदी पई है, ये कंडे जिहड़े चुभदे पे ने, हौली हौली ये निकलने शुरू हो जाएंगे। एक दिन बिल्कुल आराम आ जाएगा, एक दिन बिल्कुल आराम आ जाएगा। इस करके ये चीज़ जदों तक बाहर नहीं निकलती, उदों तक महाराज जी कहते दुख ही दुख है, दुख ही दुख है, अज्ञानता ही अज्ञानता है। ज्ञान की प्राप्ति उदों ही होनी है जदों ये कंडे, ये मैल, ये सारी बाहर निकल गई। कर्म धर्म तत् नाम अराधू। महाराज जी कहते संगत दे विच जो है ये परमेश्वर का नाम या परमेश्वर के नाम की बरकत मिलती है। परमात्मा का नाम सारे ही धार्मिक कर्मां का निचोड़ है। सतगुरु जी संगत विच जो सानू नाम मिलता है, ये सारी ही चीज़ दुनिया की सारिया चीज़ां जिहड़ियां असीं देख लीए, परख लीए, सारियां दा निचोड़ नाम रूपी वस्तु है।
ਸਾਰੀਆਂ ਚੀਜ਼ਾਂ ਦਾ ਹੱਲ ਜਿਹੜਾ ਉਹ ਨਾਮ ਰੂਪੀ ਚੀਜ਼ ਵਸਤੂ ਹੈ, ਹੋਰ ਕੋਈ ਵੀ ਨਹੀਂ। ਕਿਉਂਕਿ ਤਾਂ ਹੀ ਅਸੀਂ ਰੋਜ਼ ਪੜ੍ਹਦੇ ਹਾਂ, ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸੰਸਾਰ ਦੀਆਂ ਸਾਰੀਆਂ ਵਸਤੂਆਂ ਨੂੰ ਅਸੀਂ ਦੇਖ ਚੱਖ ਲਿਆ, ਸੰਸਾਰ ਦੀਆਂ ਸਾਰੀਆਂ ਚੀਜ਼ਾਂ ਨੂੰ ਭੋਗ ਲਿਆ, ਸੰਸਾਰ ਦੇ ਸਾਰੇ ਰਸਾਂ ਨੂੰ ਮਾਣ ਲਿਆ। ਇਸ ਕਰਕੇ ਅਸੀਂ ਸਾਰੇ ਘੁੰਮ ਫਿਰ ਕੇ ਹੁਣ ਅੱਕ ਕੇ ਥੱਕ ਕੇ ਅਬ ਹਮ ਚੱਲੀ ਠਾਕੁਰ ਪਹਿ ਹਾਰ, ਹੁਣ ਅਸੀਂ ਹਾਰ ਕੇ, ਜਦੋਂ ਤੱਕ ਸੰਸਾਰ ਵੱਲੋਂ ਹਾਰ ਨਹੀਂ ਮੰਨਦਾ ਨਿਰੰਕਾਰ ਵੱਲ ਤੁਰੇਗਾ ਨਹੀਂ। ਅਜੇ ਤੱਕ ਇਸ ਨੂੰ ਲੱਗਦਾ ਵੀ ਮੈਂ ਸੰਸਾਰ ਨੂੰ ਜਿੱਤਣਾ, ਜਦ ਕਿ ਜਿੱਤਣਾ ਇਸਨੇ ਹੋਰ ਕਿਸੇ ਚੀਜ਼ ਨੂੰ ਸੀ। ਅਜੇ ਤੱਕ ਲੱਗਦਾ ਮੈਂ ਉਹਨੂੰ ਜਿੱਤਣਾ, ਉਹਨੂੰ ਆਪਣਾ ਬਣਾਉਣਾ, ਉਹਨੂੰ ਜਿੱਤਣਾ, ਉਹਨੂੰ ਜਿੱਤਣਾ। ਨਾ ਨਾ ਨਾ, ਨਹੀਂ ਜਿੱਤਿਆ ਜਾਣਾ। ਤੂੰ ਆਪਣੇ ਮਨ ਨੂੰ ਜਿੱਤ, ਜਗ ਤੇਰੇ ਪਿੱਛੇ ਪਿੱਛੇ ਲੱਗਿਆ ਫਿਰੇਗਾ। ਮਨ ਜਿੱਤੈ ਜਗ ਜਿੱਤ। ਜੇ ਤੇਰੇ ਅੰਦਰ ਮਨ ਨੂੰ ਕਾਬੂ ਕਰਨ ਦੀ ਉਹ ਵਿਧੀ, ਉਹ ਤਰੀਕਾ ਗੁਰੂ ਦੀ ਕਿਰਪਾ ਨਾਲ ਹੋਏਗਾ। ਜਿਨ੍ਹਾਂ ਨੇ ਮਨ ਨੂੰ ਕਾਬੂ ਕੀਤਾ, ਕੰਟਰੋਲ ਕੀਤਾ, ਦੁਨੀਆ ਉਹਨਾਂ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਹੈ, ਉਹਨਾਂ ਤੋਂ ਸਲਾਹਾਂ ਲੈਂਦੀ ਫਿਰਦੀ ਹੈ। ਧਿਆਨ ਦੇਣਾ, ਇਹ ਬਹੁਤ ਵੱਡੀ ਇੱਕ ਜਿੱਤ ਹੈ, ਬਹੁਤ ਵੱਡੀ ਪ੍ਰਾਪਤੀ ਹੈ। ਮਨ ਨੂੰ ਵਸ ਕਰਨਾ, ਮਨ ਤੇ ਕੰਟਰੋਲ ਕਰਨਾ, ਮਨ ਨੂੰ ਜਿੱਤਣਾ, ਸੁਭਾਅ ਤੇ ਕਾਬੂ ਪਾਣਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਦੁਨੀਆ ਨੂੰ ਮਗਰ ਲਾ ਸਕਦੀਆਂ ਹਨ। ਤੁਸੀਂ ਦੇਖੋ ਰਾਜਨੀਤਿਕ ਲੋਕ ਕਿੰਨਾ ਕਿੰਨਾ ਚਿਰ ਕਈ ਰਾਜ ਕਰ ਜਾਂਦੇ ਨੇ, ਉਹਨਾਂ ਨੇ ਬਹੁਤ ਬਹੁਤ ਵੱਡੀ ਅੰਦਰੋਂ ਪ੍ਰਾਪਤ ਕੀਤੀ ਹੁੰਦੀ ਹੈ। ਉਹ ਮਨ ਕਰਕੇ ਬੜੇ ਪੱਕੇ ਹੁੰਦੇ ਨੇ, ਉਹ ਐਵੇਂ ਨਹੀਂ ਥੋੜੀ ਜਿਹੀ ਕੋਈ ਗੱਲ ਹੋ ਜੇ ਤੇ ਉਹ ਖਿਲਰ ਜਾਂਦੇ ਨੇ। ਨਾ 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 ਨਾ, ਉਹ ਬੜਾ ਵੱਡਾ ਜਿਗਰਾ ਲੈ ਕੇ ਤੁਰਦੇ ਨੇ। ਐਵੇਂ ਨਹੀਂ ਕੋਈ ਰਾਜੇ ਰਾਜ ਕਰਦੇ, ਬਹੁਤ ਵੱਡੀ ਸਿਆਣਪ ਜੇ ਕਿਸੇ ਕੋਲ ਹੋਵੇ ਤਾਂ ਉਹ ਰਾਜ ਕਰਦਾ, ਤਾਂ ਉਹ ਦਿਲਾਂ ਤੇ ਰਾਜ ਕਰਦਾ। ਜਿਸ ਕੋਲ ਸਿਆਣਪ ਨਹੀਂ, ਉਸ ਨੂੰ ਖੁਦ ਦਾ ਬਾਰੇ ਪਤਾ ਨਹੀਂ, ਕਿਸੇ ਦੇ ਉੱਪਰ ਰਾਜ ਕੀ ਕਰਨਾ, ਉਹ ਖੁਦ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ। ਕਿਸੇ ਨੂੰ ਪ੍ਰਭਾਵਿਤ ਕੀ ਕਰਨਾ? ਕਿਸੇ ਨੂੰ ਪ੍ਰਭਾਵਿਤ ਉਹ ਕਰ ਸਕਦਾ ਜਿਹੜਾ ਖੁਦ ਪ੍ਰਭਾਵਿਤ ਹੋਇਆ ਹੋਵੇ ਸੱਚ ਤੋਂ, ਜਿਹੜਾ ਪੱਕਾ ਹੋਵੇ, ਜਿਸ ਦਾ ਨਿਸ਼ਚਾ ਬਹੁਤ ਪੱਕਾ ਹੋਵੇ, ਦ੍ਰਿੜਤਾ ਅੰਦਰ ਹੋਵੇ, ਅੰਦਰ ਬਹੁਤ ਵੱਡੀ ਭਾਵਨਾ ਰੱਖਦਾ ਹੋਵੇ, ਬਹੁਤ ਵੱਡਾ, ਜਾਂ ਪੰਜਾਬੀ ਵਿੱਚ ਕਹਿ ਲਈਏ ਜਿਗਰੇ ਵਾਲਾ ਹੋਵੇ, ਉਹ ਦੁਨੀਆ ਤੇ ਰਾਜ ਵੀ ਕਰ ਸਕਦਾ ਹੈ। ਪਰ ਜਿਸ ਨੇ ਆਪਣੇ ਸਤਿਗੁਰੂ ਨੂੰ ਮਨਾ ਲਿਆ ਤੇ ਫਿਰ ਉਹਦੇ ਤੇ ਕੀ ਕਹਿਣੇ, ਉਹਨੂੰ ਦੁਨੀਆ ਤੇ ਰਾਜ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਉਹਨੂੰ ਰਾਜ ਦਿੰਦੇ ਨੇ, ਉਹ ਕਹਿੰਦਾ ਮੈਂ ਲੈਣਾ ਨਹੀਂ। ਉਹਨੂੰ ਮੁਕਤੀ ਦਿੰਦੇ ਨੇ, ਉਹ ਕਹਿੰਦਾ ਮੈਂ ਲੈਣੀ ਨਹੀਂ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਇਹ ਫਰਕ ਹੁੰਦਾ ਹੈ ਗੁਰੂ ਦੇ ਪਿਆਰੇ ਦਾ ਤੇ ਆਮ ਇਨਸਾਨ ਦਾ। ਆਮ ਇਨਸਾਨ ਦੁਨੀਆ ਮੰਗਦਾ ਤੇ ਪ੍ਰਭੂ ਦਾ ਪਿਆਰਾ, ਰੱਬ ਦਾ ਪਿਆਰਾ ਜਿਸ ਨੂੰ ਸੋਝੀ ਹੁੰਦੀ ਹੈ, ਉਹ ਰੱਬ ਤੋਂ ਰੱਬ ਨੂੰ ਮੰਗਦਾ। ਜਿਸ ਨੂੰ ਰੱਬ ਤੋਂ ਰੱਬ ਪ੍ਰਾਪਤ ਹੋ ਜਾਂਦਾ, ਉਸ ਨੂੰ ਸਭ ਕੁਝ ਹੀ ਪ੍ਰਾਪਤ ਹੋ ਜਾਂਦਾ ਹੈ। ਪ੍ਰਭੂ ਕੋ ਸਿਮਰੇ ਸੇ ਬੇਮੋਹਤਾਜੇ, ਪ੍ਰਭੂ ਕੋ ਸਿਮਰੇ ਸੇ ਸਰਬ ਕੇ ਰਾਜੇ। ਉਹਨਾਂ ਨੂੰ ਪਦਵੀਆਂ ਦੀ ਜ਼ਰੂਰਤ ਨਹੀਂ ਹੁੰਦੀ, ਪਦਵੀਆਂ ਨੂੰ ਉਹ ਠੋਕਰਾਂ ਮਾਰਦੇ ਨੇ। ਪਦਵੀਆਂ ਅੱਗੇ ਅੱਗੇ ਆਉਂਦੀਆਂ ਨੇ, ਉਹ ਠੋਕਰਾਂ ਮਾਰਦੇ ਨੇ। ਗੁਰੂ ਦੇ ਜਿੰਨੇ ਸਿੱਖ ਹੋਏ ਨੇ, ਜਿੰਨੇ ਸਾਨੂੰ ਸ਼ਹੀਦ ਹੋਏ, ਸਾਡੇ ਸ਼ਹੀਦ ਹੋਏ ਨੇ, ਮੁਗਲ ਸਲਤਨਤ ਨੇ ਉਹਨਾਂ ਦੇ ਅੱਗੇ ਜਗੀਰਾਂ, ਉਹਨਾਂ ਦੇ ਅੱਗੇ ਰਾਜ, ਉਹਨਾਂ ਦੇ ਅੱਗੇ ਪਤਾ ਨਹੀਂ ਕਿੰਨੇ ਕੁ ਧਨ ਪਦਾਰਥ ਉਹਨਾਂ ਦੇ ਸਿਦਕ ਦੇ ਅੱਗੇ ਰੱਖ ਦਿੱਤੇ। ਉਹਨਾਂ ਦਾ ਇੰਨਾ ਦ੍ਰਿੜ ਨਿਸ਼ਚਾ ਸੀ, ਉਹਨਾਂ ਨੂੰ ਪਤਾ ਸੀ ਵੀ ਇਹ ਬੜੇ ਪੱਕੇ ਨੇ। ਉਹਨਾਂ ਦੇ ਅੱਗੇ ਤਾਂ ਜਿਹੜਾ ਕੱਚਾ ਹੋਵੇ ਉਹਨੂੰ ਤੇ ਗੁਸਤਾਖੀ ਮਾਫ, ਉਹ ਤੇ ਇੱਕ ਬੁਰਕੀ ਦੇ ਨਾਲ ਹੀ ਪਰਚ ਜਾਂਦਾ ਹੈ। ਉਹ ਇੱਕ ਬੁਰਕੀ ਦੇ ਨਾਲ ਹੀ ਕਹਿੰਦਾ ਠੀਕ ਹੈ, ਬਹੁਤ ਹੈ, ਇੰਨਾ ਹੀ ਬੜਾ ਕੁਛ ਹੈ।
पर जिहड़ा सच दा पुजारी हुंदा, सच नाल जुड़िया हुंदा, वो राज नूं ठोकर मार दिंदा है, वो वड्डियां वड्डियां अहुदियां ते पदवियां नूं ठोकरां मार दिंदा है। गुरु पातशाह नूं जदों तत्तियां तवियां ते बिठाया, जदों चांदनी चौंक दे विच सिखां नूं, गुरु साहिबां नूं शहीद कीता जाण लगा ते किहड़े किहड़े लालच नहीं दिते सी, नीहां दे विच चिनन तो पहलां की नहीं दसिया सी, की नहीं उन्हां नूं देण दा उन्हां ने वादा कीता सी, सब कुछ धीआं भैणां दे डोले तक, इत्थों तक भी। पर उन्होंने जुत्ती दी नोक ते बाबा जोरावर सिंह ते फतेह सिंह ने सूबे दी कचहरी दे विच दस दिता सी, असी गुरु गोबिंद सिंह दे पुत्र हां, असी संसार दियां आ चीज़ां नूं जिहड़ियां तुसीं सानूं देण दी खेचल करोगे ना, ये जुत्ती दी नोक ते जदों एंट्री कीती सी बाबा फतेह सिंह ते बाबा जोरावर सिंह ने, ये एक मैसेज ते सुनेहा सी। ये हुंदा निश्चा, ये हुंदी दृढ़ता। ते जिन्हां ने इस तरह का सिदक रखिया, इस तरह का भरोसा निश्चा रखिया, ते उन्हां दे पिछे पिछे आ भी लै लो, आ भी लै लो, आ भी लै लो, कहंदे ना जरूरत ही नहीं, सानू जरूरत ही नहीं, सानू नहीं जरूरत, सानू साडे मालिक की जरूरत है, साडे परमेश्वर की जरूरत है, उहदे हुक्म की पालना जिहड़ी है उहदी जरूरत है, सानू होर किसी चीज़ की जरूरत नहीं। इस करके ये सारी चीज़, ये सारी जानकारी, ये इन्ना वड्डा ज्ञान कित्थों मिलदा है? भाई रे गुर बिन ज्ञान ना होई। सो जिन्हों ज्ञान हुंदा है ना, वो अपने मन नूं समझा लैंदा है, वो कहंदा छड्ड मना की रखिया, समझ गया ना। मन समझावन कारने कछुक पढ़िए ज्ञान, जदों उसनूं कोई संसार वल्लों कोई भी किसी किस्म दी कोई गलत चीज़ का सामना करना पैंदा है, वो कहंदा कोई गल नहीं। गुरु महाराज जी कहंदे ने कोई गल नहीं, इंज वो जो गुरु की सिक्ख्या नूं अपने सामने लियाउंदा ते उहदे मन नूं सुख मिलदा है, उसदे मन नूं ज्ञान शांति दिंदा है। वो कहंदा कुछ भी नहीं संसार दे, कुछ भी नहीं। इस करके ये सब कुछ चीज़ां की प्राप्ति सतगुरु तो प्राप्त होंदी है। अगली पंक्ति, रूड़ो जय बसियो रिद माही, उआ कीड़ाड़ मिटत बिन साही। जिस मनुख दे हिरदे दे विच सोहना प्रभु आ वसे, उस दे अंदरों महाराज जी कहंदे हौमे दे कंडे जिहड़े ने उआ कीड़ाड़ मिटत बिन साही, उन्हां दे अंदरों सारी ए हौमे दी मैल जां हौमे दे कंडे निकल जांदे ने, दूर हो जांदे ने। राड़ा करत साकत गवारा, महाराज जी कहंदे ने हौमे वाली रड़क ओही बंदे अंदर रखते ने जिहड़े मूर्ख हुंदे ने, मूर्ख बिरती वाले। राड़ा करत साकत गवारा, ये मूर्ख माया दे विच ग्रसे हुए बंदे ही हौमे वाली रड़क नूं अपने अंदर समाई रखते हैं। राड़ा गुरमुख राड़ मिटाई, निमख माहे नानक समझाई। जिन्हां ने गुरु की शरण प्राप्त की, उन्हां दे अंदरों महाराज जी कहंदे हौमे वाली चुभन जिहड़ी है दूर हो गई। उन्हां नूं गुरु ने गुरु की अख दे एक फोर दे विच ही आत्मक आनंद की प्राप्ति हो गई। गुरु की एक अख झमकन दे विच ही उन्हां दे उपर मेहर हो गई। बहुता देर ते बहुता समा नहीं लग्या। सो ऐसी सत्संग जी अज दे लड़ीवार शब्द दी विचार जो सतगुरु जी ने मेहर करके सेवा लई है। सो सतगुरु जी मेहर करन, शब्द का भाव अर्थ साडे हिरदे विच वसे, साडा जीवन खुशहाल आनंदमई होवे और साडे जीवन दे विच हमेशा ही खुशहाली रहे। जिस भी रंग दे विच, जिस भी ढंग दे विच रहिए, असी खुश ही रहिए। एक ज्ञान तो बिना नहीं हो सकता ते ये ज्ञान सानू रोज सतगुरु जी अपनी बाणी राही, अपने शब्द राही बख्शिश करते हैं। सो इन्नी सेवा प्रवान करो जी। भुलां चुकां दी खिमा फतेह बुलाओ। वाहिगुरू जी का खालसा, वाहिगुरू जी की फतेह।